ਓਸ਼ੋ ਦਾ ਲੈਕਚਰ। ਕੁਝ 2-4 ਪ੍ਰਯੋਗਾਂ ਦੀ ਗੱਲ ਮੈਂ ਕਰਨੀ ਚਾਹਾਂਗਾ ਜਿਨ੍ਹਾਂ ਤੋਂ ਖਿਆਲ ਆ ਸਕੇ। ਹੁਣ ਜਿਵੇਂ ਮਾਂ ਤੋਂ ਬੱਚਾ ਪੈਦਾ ਹੋਵੇ ਤਾਂ ਪੇਨਲੈਸ ਚਾਈਲਡ ਬਰਥ ਪੁਰਾਣੀ ਸਮੱਸਿਆ ਹੈ। ਪੁਰਾਣੀ ਸਮੱਸਿਆ ਹੈ ਕਿ ਮਾਂ ਤੋਂ ਬੱਚਾ ਬਿਨਾਂ ਦਰਦ ਦੇ ਕਿਵੇਂ ਪੈਦਾ ਹੋ ਜਾਏ। ਹਾਲਾਂਕਿ ਧਰਮ ਗੁਰੂ ਇਹਦੇ ਖਿਲਾਫ ਹਨ, ਬਿਨਾਂ ਦਰਦ ਦੇ ਬੱਚਾ ਪੈਦਾ ਹੋਵੇ। ਅਸਲ 'ਚ ਧਰਮ ਗੁਰੂ ਇਸ ਲਈ ਖਿਲਾਫ ਹੈ ਕਿ ਦੁਨੀਆ ਬਿਨਾਂ ਦਰਦ ਦੀ ਹੋ ਜਾਏ। ਦੁਨੀਆ ਜਿੰਨੀ ਬਿਨਾਂ ਦਰਦ ਦੀ ਹੋਏਗੀ, ਧਰਮ ਗੁਰੂ ਇੱਕਦਮ ਆਊਟ ਆਫ ਪ੍ਰੋਫੈਸ਼ਨ ਹੋ ਜਾਏਗਾ। ਉਹਦਾ ਕੋਈ ਵੀ ਮਤਲਬ ਨਹੀਂ ਰਹਿ ਜਾਏਗਾ। ਦਰਦ ਹੈ, ਦੁੱਖ ਹੈ, ਪੀੜ ਹੈ, ਪੁਕਾਰ ਹੈ। ਸ਼ਾਇਦ ਭਗਵਾਨ ਵੀ ਇੱਕ ਦਿਨ ਨਿਗਲੈਕਟਡ ਹੋ ਜਾਏ ਜੇ ਦੁਨੀਆ 'ਚ ਦੁੱਖ ਨਾ ਹੋਵੇ। ਸ਼ਾਇਦ ਹੀ ਕੋਈ ਜਾ ਕੇ ਪ੍ਰਾਰਥਨਾ ਕਰੇ, ਕਿਉਂਕਿ ਦੁੱਖ ਵਿੱਚ ਹੀ ਉਹਦਾ ਚੇਤਾ ਕਰਦੇ ਹਨ। ਧਰਮ ਗੁਰੂ ਲਗਾਤਾਰ ਖਿਲਾਫਤ ਵਿੱਚ ਹੈ। ਉਹ ਕਹਿੰਦਾ ਮਾਂ ਨੂੰ ਜੋ ਦਰਦ ਹੁੰਦਾ ਬੱਚੇ ਦੀ ਜੰਮਣ ਪੀੜ ਵਿੱਚ, ਉਹ ਨੈਚੁਰਲ ਹੈ, ਉਹ ਹੋਣਾ ਹੀ ਚਾਹੀਦਾ ਹੈ। ਇਹ ਭਗਵਾਨ ਦੀ ਵਿਵਸਥਾ ਹੈ, ਇਹ ਗੱਲ ਜੁੜੀ ਹੈ। ਕੋਈ ਭਗਵਾਨ ਦੀ ਵਿਵਸਥਾ ਬੱਚੇ ਦੇ ਜਨਮ ਦੇ ਸਮੇਂ ਦਰਦ ਦੀ ਨਹੀਂ ਹੈ। ਇਲਾਜ ਕਰਤਾ ਵਿਸ਼ਵਾਸ ਕਰਦਾ ਹੈ ਕਿ ਕੋਈ ਦਵਾਈ ਦੇ ਦਿੱਤੀ ਜਾਏ, ਕੋਈ ਕੈਮੀਕਲ ਵਿਵਸਥਾ ਕੀਤੀ ਜਾਏ, ਐਨਸਥੀਜ਼ੀਆ ਦਿਓ ਜਿਸ ਨਾਲ ਕਿ ਪੇਨਲੈਸ ਬਰਥ ਹੋਵੇ। ਅਜਿਹੇ ਇਲਾਜ ਦੇ ਜੋ ਉਪਾਅ ਹਨ ਉਹ ਸਰੀਰ ਤੋਂ ਸ਼ੁਰੂ ਹੁੰਦੇ ਹਨ। ਯਾਨੀ ਕਿ ਅਸੀਂ ਸਰੀਰ ਨੂੰ ਅਜਿਹੀ ਹਾਲਤ 'ਚ ਲਿਆ ਦਈਏ ਕਿ ਮਾਂ ਨੂੰ ਪਤਾ ਨਾ ਲੱਗੇ ਕਿ ਦਰਦ ਹੋ ਰਿਹਾ ਹੈ। ਸੁਭਾਵਿਕ ਤੌਰ 'ਤੇ ਇਸਤਰੀਆਂ ਖੁਦ ਵੀ ਉਹਨਾਂ ਦਾ ਪ੍ਰਯੋਗ ਕਰ ਰਹੀਆਂ ਹਨ ਹਜ਼ਾਰਾਂ ਸਾਲ ਤੋਂ। ਇਸ ਲਈ ਦੁਨੀਆ 'ਚ 75% ਦੇ ਕਰੀਬ ਬੱਚਿਆਂ ਨੂੰ ਰਾਤ 'ਚ ਪੈਦਾ ਹੋਣਾ ਪੈਂਦਾ ਹੈ। ਦਿਨ 'ਚ ਮੁਸ਼ਕਿਲ ਹੈ ਪੈਦਾ ਹੋਣਾ, ਕਿਉਂਕਿ ਦਿਨ 'ਚ ਇਸਤਰੀ ਬਹੁਤ ਸੁਚੇਤ ਹੁੰਦੀ ਹੈ, ਰਾਤ ਨੂੰ ਨੀਂਦ 'ਚ ਸੌਂ ਜਾਂਦੀ ਹੈ, ਰਿਲੈਕਸ ਹੋ ਜਾਂਦੀ ਹੈ। ਇਸ ਲਈ 70-75% ਬੱਚਿਆਂ ਨੂੰ ਸੂਰਜ ਦੀ ਰੋਸ਼ਨੀ 'ਚ ਪੈਦਾ ਹੋਣ ਦਾ ਮੌਕਾ ਨਹੀਂ ਮਿਲਦਾ। ਉਹਨਾਂ ਨੂੰ ਹਨੇਰੇ 'ਚ ਹੀ ਪੈਦਾ ਹੋਣਾ ਪੈਂਦਾ ਹੈ। ਇਸਤਰੀ ਨੀਂਦ ਵਿੱਚ ਹੁੰਦੀ ਹੈ ਤਾਂ ਰਿਲੈਕਸ ਹੋ ਜਾਂਦੀ ਹੈ, ਤਾਂ ਬੱਚੇ ਨੂੰ ਜਨਮ ਦੇਣ 'ਚ ਕੁਝ ਆਸਾਨੀ ਹੋ ਜਾਂਦੀ ਹੈ। ਮਾਂ ਬੱਚੇ ਨੂੰ ਜਨਮ ਨਾਲ ਹੀ ਰੁਕਾਵਟ ਪਾਉਣੀ ਸ਼ੁਰੂ ਕਰ ਦਿੰਦੀ ਹੈ, ਬਾਅਦ ਵਿੱਚ ਤਾਂ ਬਹੁਤ ਰੁਕਾਵਟਾਂ ਪਾਉਂਦੀ ਹੈ, ਲੇਕਿਨ ਜਨਮ ਦੇ ਪਹਿਲੇ ਛਿਣ ਤੋਂ ਹੀ ਰੁਕਾਵਟਾਂ ਪਾਉਣੀਆਂ ਸ਼ੁਰੂ ਕਰ ਦਿੰਦੀ ਹੈ। ਹੁਣ ਇੱਕ ਉਪਾਅ ਤਾਂ ਹੈ ਕਿ ਅਸੀਂ ਇੱਕ ਕੈਮੀਕਲ ਇਸਤੇਮਾਲ ਕਰੀਏ, ਸਰੀਰ ਨੂੰ ਅਜਿਹਾ ਢਿੱਲਾ ਕਰ ਦਈਏ ਜਿਹਾ ਉਹ ਨੀਂਦ 'ਚ ਹੋ ਜਾਂਦਾ ਹੈ। ਇਹ ਉਪਾਅ ਕੰਮ 'ਚ ਲਿਆਂਦਾ ਜਾ ਰਿਹਾ ਹੈ। ਇਹਦੇ ਆਪਣੇ ਖਤਰੇ ਹਨ। ਸਭ ਤੋਂ ਵੱਡਾ ਖਤਰਾ ਇਹ ਹੈ ਕਿ ਅਸੀਂ ਬੰਦੇ ਦੀ ਚੇਤਨਾ ਉੱਤੇ ਜ਼ਰਾ ਵੀ ਭਰੋਸਾ ਨਹੀਂ ਕਰਦੇ। ਹੌਲੀ ਹੌਲੀ ਜਦ ਬੰਦੇ ਦੀ ਚੇਤਨਾ 'ਤੇ ਭਰੋਸਾ ਘੱਟ ਕੀਤਾ ਜਾਂਦਾ ਹੈ ਤਾਂ ਬੰਦੇ ਦੀ ਚੇਤਨਾ ਖੋਂਦੀ ਚਲੀ ਜਾਂਦੀ ਹੈ। ਲੋਜ਼ਿਮ ਨਾਂ ਦੇ ਇੱਕ ਇਲਾਜਕਰਤਾ ਨੇ ਬੰਦੇ ਦੀ ਚੇਤਨਾ ਉੱਤੇ ਭਰੋਸਾ ਕੀਤਾ। ਹਜ਼ਾਰਾਂ ਇਸਤਰੀਆਂ ਨੂੰ ਦੁੱਖ ਤੇ ਦਰਦ ਤੋਂ ਰਹਿਤ ਬੱਚੇ ਪੈਦਾ ਕਰਵਾਉਣ ਦਾ ਇੰਤਜ਼ਾਮ ਕੀਤਾ। ਇਹ ਕੌਨਸ਼ੀਅਸ ਕੋਆਪਰੇਸ਼ਨ ਦਾ ਮੈਥਡ ਹੈ ਕਿ ਜਦ ਬੱਚਾ ਪੈਦਾ ਹੋਵੇ ਤਾਂ ਮਾਂ ਮੈਡੀਟੇਟਿਵਲੀ ਧਿਆਨਪੂਰਵਕ ਢੰਗ ਨਾਲ ਬੱਚੇ ਨੂੰ ਜਨਮ ਦੇਣ 'ਚ ਸਹਿਯੋਗੀ ਬਣੇ। ਉਹ ਰਜ਼ਾਮੰਦ ਹੋ ਜਾਏ, ਲੜੇ ਨਾ, ਰੇਜ਼ਿਸਟ ਨਾ ਕਰੇ। ਜੋ ਦਰਦ ਹੈ ਉਹ ਬੱਚੇ ਦੇ ਪੈਦਾ ਹੋਣ ਨਾਲ ਨਹੀਂ ਹੁੰਦਾ, ਉਹ ਮਾਂ ਦੀ ਲੜਾਈ ਨਾਲ ਪੈਦਾ ਹੁੰਦਾ ਹੈ। ਉਹ ਪੂਰਾ ਸਮਾਂ ਜਨਮ ਦੇਣ ਦੇ ਯੰਤਰ ਨੂੰ ਸੰਗੋੜ ਰਹੀ ਹੈ। ਉਹ ਡਰ ਰਹੀ ਹੈ ਦਰਦ ਹੋਏਗਾ, ਭੈਮਾਨ ਹੈ ਕਿ ਬੱਚਾ ਪੈਦਾ ਨਾ ਹੋ ਜਾਏ। ਇਹ ਫੀਅਰ ਸੈਂਟਰਡ ਰੈਜ਼ਿਸਟੈਂਸ ਉਹਨੂੰ ਬੱਚੇ ਨੂੰ ਪੈਦਾ ਹੋਣ ਤੋਂ ਰੋਕ ਰਿਹਾ ਹੈ। ਬੱਚਾ ਪੈਦਾ ਹੋਣਾ ਚਾਹ ਰਿਹਾ ਹੈ। ਇਹਨਾਂ ਦੋਹਾਂ ਦੇ ਵਿਚਾਲੇ ਲੜਾਈ ਚੱਲ ਰਹੀ ਹੈ, ਮਾਂ ਤੇ ਬੇਟੇ ਦੇ ਵਿਚਾਲੇ ਲੜਾਈ ਚੱਲ ਰਹੀ ਹੈ। ਉਸ ਲੜਾਈ 'ਚ ਦਰਦ ਹੈ, ਸੁਭਾਵਿਕ ਨਹੀਂ ਹੈ, ਸਿਰਫ ਸੰਘਰਸ਼ ਹੈ, ਰੈਜ਼ਿਸਟੈਂਸ ਹੈ। ਇਸ ਰੈਜ਼ਿਸਟੈਂਸ ਨੂੰ ਅਸੀਂ 2 ਤਰ੍ਹਾਂ ਨਾਲ ਘੱਟ ਕਰ ਸਕਦੇ ਹਾਂ। ਸਰੀਰ ਦੀ ਤਰਫ ਤੋਂ ਅਸੀਂ ਮਾਂ ਨੂੰ ਬੇਹੋਸ਼ ਕਰ ਦਈਏ, ਲੇਕਿਨ ਧਿਆਨ ਰਹੇ ਜੋ ਮਾਂ ਬੇਹੋਸ਼ੀ 'ਚ ਆਪਣੇ ਬੱਚੇ ਨੂੰ ਜਨਮ ਦੇਵੇਗੀ ਉਹ ਪੂਰੇ ਅਰਥਾਂ 'ਚ ਕਦੇ ਨਹੀਂ ਹੋ ਪਾਏਗੀ, ਕਿਉਂਕਿ ਉਹਦਾ ਕਾਰਨ ਹੈ ਬੱਚਾ ਪੈਦਾ ਹੁੰਦਾ ਹੈ। ਬੱਚਾ ਹੀ ਪੈਦਾ ਨਹੀਂ ਹੁੰਦਾ, ਉਹਦੇ ਨਾਲ ਮਾਂ ਵੀ ਪੈਦਾ ਹੁੰਦੀ ਹੈ। ਬੱਚੇ ਦਾ ਪੈਦਾ ਹੋਣਾ ਦੂਹਰਾ ਜਨਮ ਹੈ। ਇੱਕ ਪਾਸੇ ਬੱਚਾ ਪੈਦਾ ਹੁੰਦਾ, ਦੂਜੇ ਪਾਸੇ ਇੱਕ ਸਧਾਰਨ ਇਸਤਰੀ ਮਾਂ ਬਣ ਜਾਂਦੀ ਹੈ, ਜੋ ਉਹਦੇ ਪਹਿਲਾਂ ਉਹ ਨਹੀਂ ਸੀ। ਜੋ ਬੇਹੋਸ਼ੀ 'ਚ ਜੇ ਬੇਹੋਸ਼ੀ 'ਚ ਬੱਚਾ ਪੈਦਾ ਹੋਇਆ ਤਾਂ ਮਾਂ ਤੇ ਉਸ ਬੱਚੇ ਦੇ ਵਿਚਾਲੇ ਦਾ ਬੁਨਿਆਦੀ ਸੰਬੰਧ ਅਸੀਂ ਵਿਗਾੜਿਆ। ਮਾਂ ਪੈਦਾ ਨਹੀਂ ਹੋ ਜਾਏਗੀ, ਨਰਸ ਰਹਿ ਜਾਏਗੀ ਪਿੱਛੇ। ਮੈਂ ਰਾਜ਼ੀ ਨਹੀਂ ਹਾਂ ਕਿ ਕੈਮੀਕਲ ਢੰਗ ਨਾਲ ਜਾਂ ਸਰੀਰਕ ਢੰਗ ਨਾਲ ਮਾਂ ਦੀ ਬੇਹੋਸ਼ੀ 'ਚ ਬੱਚੇ ਨੂੰ ਜਨਮ ਦਿੱਤਾ ਜਾਏ। ਮਾਂ ਪੂਰੀ ਸੁਚੇਤ ਹੋਣੀ ਚਾਹੀਦੀ ਹੈ ਆਪਣੇ ਬੱਚੇ ਦੇ ਜਨਮ ਦੇ ਛਿਣ ਵਿੱਚ, ਕਿਉਂਕਿ ਉਸੇ ਕੌਨਸ਼ੀਅਸਨੈਸ ਵਿੱਚ ਮਾਂ ਦਾ ਵੀ ਜਨਮ ਹੋਏਗਾ। ਜੇ ਇਹ ਦੂਜੀ ਗੱਲ ਸਹੀ ਮਾਲੂਮ ਹੋਵੇ ਤਾਂ ਇਹਦਾ ਮਤਲਬ ਇਹ ਹੋਇਆ ਕਿ ਮਾਂ ਦੀ ਚੇਤਨਾ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ। ਬੱਚੇ ਦੇ ਜਨਮ ਦੇ ਵਕਤ ਮਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਜਨਮ ਦੇ ਛਿਣ ਨੂੰ ਉਹ ਧਿਆਨਪੂਰਨ ਢੰਗ ਨਾਲ ਲਵੇ। ਧਿਆਨ ਦੇ ਅਰਥ ਮਾਂ ਦੇ ਲਈ 2 ਹੋਣਗੇ। ਇੱਕ ਤਾਂ ਉਹ ਰੈਜ਼ਿਸਟ ਨਾ ਕਰੇ, ਵਿਰੋਧ ਨਾ ਕਰੇ, ਜੋ ਹੋ ਰਿਹਾ ਨੂੰ ਹੋਣ 'ਚ ਸਹਿਭਾਗੀ ਹੋਵੇ। ਜਿਵੇਂ ਨਦੀ ਵਹਿ ਰਹੀ ਹੈ, ਜਿੱਥੇ ਖੱਡਾ ਮਿਲ ਜਾਂਦਾ ਉੱਥੇ ਵੀ
ਵਹਿ ਜਾਂਦੀ ਹੈ, ਜਿਵੇਂ ਪੱਤੇ ਡਿੱਗਦੇ ਆ, ਕਿਤੇ ਕੁਝ ਖਬਰ ਨਹੀਂ ਹੁੰਦੀ, ਸਿਰਫ ਬਿਰਛ ਤੋਂ ਸੁੱਕਿਆ ਪੱਤਾ ਹੇਠਾਂ ਡਿੱਗ ਰਿਹਾ। ਅਜਿਹਾ ਪੂਰੀ ਤਰ੍ਹਾਂ ਜੋ ਘਟਨਾ ਵਾਪਰ ਰਹੀ ਹੈ ਉਸ ਵਿੱਚ ਸਹਿਭਾਗੀ ਹੋਵੇ, ਟੋਟਲ ਕੋਆਪਰੇਸ਼ਨ, ਪੂਰਨ ਸਹਿਯੋਗੀ। ਜੇ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੇ ਵਕਤ ਪੂਰੀ ਤਰ੍ਹਾਂ ਸਹਿਯੋਗੀ ਹੋ ਜਾਏ, ਕੋਈ ਵਿਰੋਧ ਨਾ ਕਰੇ, ਕੋਈ ਭੈ ਨਾ ਕਰੇ, ਜਨਮ ਦੀ ਜੋ ਘਟਨਾ ਵਾਪਰ ਰਹੀ ਹੈ ਉਸ 'ਚ ਪੂਰੇ ਧਿਆਨਪੂਰਕ ਹੋ ਕੇ ਰਸ ਲੀਨ ਹੋ ਜਾਏ ਤਾਂ ਪੇਨਲੈਸ ਬਰਥ ਹੋ ਜਾਏਗਾ, ਦਰਦ ਉਸ ਤੋਂ ਵਿਦਾ ਹੋ ਜਾਏਗਾ। ਇਹ ਵਿਗਿਆਨਕ ਆਧਾਰਾਂ 'ਤੇ ਕਹਿ ਰਿਹਾ ਹਾਂ। ਹਜ਼ਾਰਾਂ ਪ੍ਰਯੋਗ ਕੀਤੇ ਗਏ ਹਨ ਇਸ ਆਧਾਰ ਦੇ ਉੱਪਰ। ਉਹ ਦਰਦ ਮੁਕਤ ਹੋ ਜਾਏਗੀ ਅਤੇ ਧਿਆਨ ਰਹੇ ਇਹਦੇ ਬੜੇ ਵਿਆਪਕ ਨਤੀਜੇ ਹੋਣਗੇ। ਪਹਿਲਾਂ ਤਾਂ ਜਿਸ ਤੋਂ ਸਾਨੂੰ ਦਰਦ ਮਿਲੇ, ਪਹਿਲੇ ਹੀ ਛਿਣ ਵਿੱਚ ਉਹਦੇ ਪ੍ਰਤੀ ਸਾਡਾ ਦੁਰਭਾਵ ਬਣਨਾ ਸ਼ੁਰੂ ਹੋ ਜਾਂਦਾ ਹੈ। ਜਿਸ ਨਾਲ ਸਾਡਾ ਸੰਘਰਸ਼ ਹੋਵੇ, ਪਹਿਲੇ ਹੀ ਛਿਣ ਵਿੱਚ ਉਸ ਨਾਲ ਸਾਡੀ ਦੁਸ਼ਮਣੀ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਉਸ ਨਾਲ ਸਾਡੀ ਦੋਸਤੀ ਦੇ ਸੰਬੰਧ 'ਚ ਰੁਕਾਵਟ ਪੈ ਜਾਂਦੀ ਹੈ। ਜਿਸ ਨਾਲ ਸਾਡਾ ਪਹਿਲਾਂ ਹੀ ਕੌਨਫਲਿਕਟ ਸ਼ੁਰੂ ਹੋ ਗਿਆ ਹੋਵੇ, ਉਹਦੇ ਨਾਲ ਉੱਪਰਲਾ ਕੋਆਪਰੇਸ਼ਨ ਬੰਨ੍ਹਣਾ ਬਹੁਤ ਮੁਸ਼ਕਿਲ ਹੋ ਜਾਏਗਾ। ਲੇਕਿਨ ਜਿਸ ਛਿਣ ਅਸੀਂ ਸਹਿਯੋਗ ਨਾਲ ਅਤੇ ਸੁਚੇਤਨ ਰੂਪ 'ਚ ਬੱਚੇ ਨੂੰ ਜਨਮ ਦੇ ਪਾਈਏ, ਇਹ ਬੜੇ ਮਜ਼ੇ ਦੀ ਗੱਲ ਹੈ। ਹੁਣ ਤੱਕ ਅਸੀਂ ਜੰਮਣ ਪੀੜ ਸ਼ਬਦ ਸੁਣਿਆ, ਜੰਮਣ ਆਨੰਦ ਸ਼ਬਦ ਨਹੀਂ, ਕਿਉਂਕਿ ਆਨੰਦ ਕਦੇ ਹੋਇਆ ਨਹੀਂ। ਪਰ ਜੇਕਰ ਪੂਰਨ ਸਹਿਯੋਗ ਹੋਵੇ ਤਾਂ ਜੰਮਣ ਆਨੰਦ ਵੀ ਸ਼ੁਰੂ ਹੋ ਜਾਏਗਾ। ਤਾਂ ਮੈਂ ਪੇਨਲੈਸ ਬਰਥ ਦੇ ਪੱਖ ਵਿੱਚ ਨਹੀਂ ਹਾਂ, ਬਲਿਸਫੁਲ ਬਰਥ ਦੇ ਪੱਖ ਵਿੱਚ ਹਾਂ। ਜੇ ਅਸੀਂ ਇਲਾਜ ਦੀ ਵਰਤੋਂ ਕਰੀਏ ਤਾਂ ਵੱਧ ਤੋਂ ਵੱਧ ਐਟ ਦ ਮੋਸਟ ਪੇਨਲੈਸ ਬਰਥ ਹੋ ਸਕਦਾ ਹੈ, ਲੇਕਿਨ ਬਲਿਸਫੁਲ ਬਰਥ ਨਹੀਂ। ਪਰ ਜੇ ਅਸੀਂ ਚੇਤਨਾ ਦੀ ਤਰਫ ਤੋਂ ਸ਼ੁਰੂ ਕਰੀਏ ਤਾਂ ਇੱਕ ਆਨੰਦਪੂਰਨ ਜਨਮ ਹੋ ਸਕਦਾ ਹੈ। ਅਸੀਂ ਪਹਿਲੀ ਹੀ ਘੜੀ 'ਚ ਮਾਂ ਅਤੇ ਬੇਟੇ ਦੇ ਵਿਚਾਲੇ ਇੱਕ ਅੰਦਰੂਨੀ ਸੰਬੰਧ ਬਣ ਸਕਾਂਗੇ। ਇਹ ਮੈਂ ਸਿਰਫ ਇੱਕ ਮਿਸਾਲ ਦੀ ਖਾਤਰ ਗੱਲ ਆਖੀ ਕਿ ਅੰਦਰ ਤੋਂ ਵੀ ਕੁਝ ਕੀਤਾ ਜਾ ਸਕਦਾ ਹੈ। ਜਦ ਵੀ ਅਸੀਂ ਬਿਮਾਰ ਹਾਂ ਤਦ ਅਸੀਂ ਸਿਰਫ ਬਾਹਰ ਨਾਲ ਨਹੀਂ ਲੜ ਰਹੇ ਹਾਂ, ਅੰਦਰ ਤੋਂ ਆਦਮੀ ਸੱਚਮੁੱਚ ਹੀ ਬਿਮਾਰੀ ਨਾਲ ਲੜਨ ਨੂੰ ਰਾਜ਼ੀ ਹੈ ਜਾਂ ਨਹੀਂ, ਉਹਦੀ ਸਾਨੂੰ ਕੋਈ ਚਿੰਤਾ ਨਹੀਂ ਹੈ। ਹੋ ਸਕਦਾ ਹੈ ਬਿਮਾਰੀ ਕਾਬੂ ਵਿਚਲੀ ਹੋਵੇ। ਕਾਬੂ ਵਿਚਲੀਆਂ ਬਿਮਾਰੀਆਂ ਵੱਡੀ ਗਿਣਤੀ 'ਚ ਹਨ। ਅਸਲ 'ਚ ਬਹੁਤ ਘੱਟ ਬਿਮਾਰੀਆਂ ਹਨ ਜੋ ਆਉਂਦੀਆਂ ਹਨ, ਬਹੁਤ ਜ਼ਿਆਦਾ ਬਿਮਾਰੀਆਂ ਹਨ ਜੋ ਸੱਦੀਆਂ ਜਾਂਦੀਆਂ ਹਨ। ਪਰ ਅਸੀਂ ਕੰਟਰੋਲ ਬਹੁਤ ਪਹਿਲਾਂ ਦਿੱਤਾ ਹੁੰਦਾ ਹੈ। ਆਉਂਦੀਆਂ ਹਨ ਬਹੁਤ ਦੇਰ ਨਾਲ, ਇਸ ਲਈ ਅਸੀਂ ਸੰਬੰਧ ਨਹੀਂ ਜੋੜ ਪਾਉਂਦੇ। ਹਜ਼ਾਰਾਂ ਸਾਲ ਤੱਕ ਹਜ਼ਾਰਾਂ ਕੌਮਾਂ ਦੁਨੀਆ 'ਚ ਅਜਿਹੀਆਂ ਸਨ ਜਿਨ੍ਹਾਂ ਨੂੰ ਇਹ ਖਿਆਲ ਨਹੀਂ ਸੀ ਕਿ ਕਾਮ ਸੰਭੋਗ ਨਾਲ ਬੱਚੇ ਦੇ ਪੈਦਾ ਹੋਣ ਦਾ ਕੋਈ ਸੰਬੰਧ ਹੈ। ਕਿਉਂ 9 ਮਹੀਨੇ ਦਾ ਫਾਸਲਾ ਸੀ? ਕਾਰਨ ਨੂੰ ਕਾਰਜ ਦੇ ਅਸਰ ਤੋਂ ਇੰਨੀ ਦੂਰ ਰੱਖਣਾ ਮੁਸ਼ਕਿਲ ਸੀ। ਫਿਰ ਸਾਰੇ ਕਾਮ ਸੰਭੋਗ ਬੱਚੇ ਦੇ ਪੈਦਾ ਹੋਣ 'ਚ ਪ੍ਰਗਟ ਨਹੀਂ ਹੁੰਦੇ। ਇਸ ਲਈ ਕੋਈ ਵੀ ਵਜ੍ਹਾ ਨਹੀਂ ਸੀ ਸੋਚਣ ਦੀ। ਇਹ ਤਾਂ ਬਹੁਤ ਬਾਅਦ ਵਿੱਚ ਖਿਆਲ ਆਇਆ ਕਿ ਉਹ ਜੋ 9 ਮਹੀਨੇ ਪਹਿਲਾਂ ਘਟਨਾ ਵਾਪਰੀ ਸੀ, ਉਹ 9 ਮਹੀਨੇ ਬਾਅਦ ਫਲ ਲਿਆ ਰਹੀ ਹੈ। ਉਹਦੇ ਨਾਲ ਕਾਜ਼ ਐਂਡ ਇਫੈਕਟ ਦਾ ਸੰਬੰਧ ਜੁੜਿਆ ਜਾਂਦਾ ਹੈ। ਅਸੀਂ ਵੀ ਆਪਣੀਆਂ ਬਿਮਾਰੀਆਂ ਕਦੇ ਬੁਲਾਉਂਦੇ ਹਾਂ, ਕਦੇ ਉਹ ਆਉਂਦੀਆਂ। ਇਸ ਵਿੱਚ ਫਰਕ ਪੈ ਜਾਂਦਾ ਹੈ, ਇਸ ਲਈ ਅਸੀਂ ਸੰਬੰਧ ਜੋੜ ਨਹੀਂ ਪਾਉਂਦੇ। ਹੁਣ ਇੱਕ ਆਦਮੀ ਦੇ ਸੰਬੰਧ 'ਚ ਮੈਂ ਸੁਣਿਆ ਹੈ ਕਿ ਉਹ ਬੈਂਕਰਪਟ ਹੋਣ ਦੀ ਹਾਲਤ ਵਿੱਚ ਹੈ। ਉਹਦੀ ਹਾਲਤ ਦਿਵਾਲਾ ਨਿਕਲ ਜਾਂਦੀ ਹੈ। ਉਹ ਬਾਜ਼ਾਰ ਜਾਣ ਤੋਂ ਡਰਦਾ ਹੈ, ਦੁਕਾਨ ਜਾਣ ਤੋਂ ਡਰਦਾ ਹੈ, ਰਾਹ 'ਤੇ ਨਿਕਲਣ ਤੋਂ ਡਰਦਾ ਹੈ। ਅਚਾਨਕ ਇੱਕ ਦਿਨ ਸਵੇਰੇ ਆਪਣੇ ਬਾਥਰੂਮ 'ਚੋਂ ਨਿਕਲ ਰਿਹਾ ਹੈ, ਡਿੱਗ ਪਿਆ ਹੈ, ਪੈਰਾਲਾਈਜ਼ਡ ਹੋ ਗਿਆ, ਉਹਨੂੰ ਅਧਰੰਗ ਮਾਰ ਗਿਆ। ਹੁਣ ਉਹਦਾ ਸਭ ਇਲਾਜ ਚੱਲ ਰਿਹਾ, ਪਰ ਅਸੀਂ ਇਹ ਸੋਚ ਨਹੀਂ ਪਾ ਰਹੇ ਹਾਂ ਕਿ ਇਹ ਆਦਮੀ ਪੈਰਾਲਾਈਜ਼ਡ ਹੋਣਾ ਚਾਹੁੰਦਾ ਸੀ। ਇਹਨੇ ਕੌਨਸ਼ੀਅਸਲੀ ਅਜਿਹਾ ਸੋਚਿਆ ਨਹੀਂ। ਇਹ ਸਵਾਲ ਨਹੀਂ ਹੈ ਇਹਨੇ ਅਜਿਹੀ ਧਾਰਨਾ ਬਣਾਈ ਜਾਂ ਨਹੀਂ। ਇਹ ਸਵਾਲ ਨਹੀਂ ਹੈ ਕਿ ਅਧਰੰਗ ਉਹਨੂੰ ਹੋ ਜਾਏ। ਸ਼ਾਇਦ ਅਜਿਹੀ ਕੋਈ ਧਾਰਨਾ ਨਹੀਂ ਬਣਾਈ, ਪਰ ਚਿੱਤ ਵਿੱਚ ਅਨਕੌਨਸ਼ੀਅਸ 'ਚ ਚਾਹੁੰਦਾ ਸੀ ਕਿ ਬਾਜ਼ਾਰ ਨਾ ਜਾਣਾ ਪਏ, ਦੁਕਾਨ ਨਾ ਜਾਣਾ ਪਏ, ਰਾਹ 'ਤੇ ਨਾ ਨਿਕਲਣਾ ਪਏ। ਦੂਸਰੇ ਉਹ ਇਹ ਵੀ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਉਸ ਉੱਤੇ ਹਮਲਾ ਬੰਦ ਹੋਵੇ ਅਤੇ ਹਮਦਰਦੀ ਸ਼ੁਰੂ ਹੋਵੇ। ਇਹ ਉਹਦੀ ਗਹਿਰੀ ਚਾਲ ਸੀ। ਹੁਣ ਇਹਦਾ ਸਰੀਰ ਉਹਨੂੰ ਸਹਿਯੋਗ ਦੇਵੇਗਾ। ਸਰੀਰ ਹਮੇਸ਼ਾ ਸਾਡੇ ਮਨ ਦੇ ਪਿੱਛੇ ਪਰਛਾਵੇਂ ਦੀ ਤਰ੍ਹਾਂ ਚੱਲ ਰਿਹਾ ਹੈ। ਉਹ ਸਹਿਯੋਗ ਦੇਵੇਗਾ। ਮਨ ਇੰਤਜ਼ਾਮ ਕਰ ਲਏਗਾ। ਅਸਲ 'ਚ ਮਨ ਦੇ ਇੰਤਜ਼ਾਮ ਦਾ ਸਾਨੂੰ ਪਤਾ ਨਹੀਂ। ਜੇ ਤੁਸੀਂ ਦਿਨ ਭਰ ਉਪਵਾਸ ਕਰੋ ਤਾਂ ਤੁਸੀਂ ਰਾਤੀ ਭੋਜਨ ਕਰੋਗੇ। ਮਨ ਰਾਤ 'ਚ ਇੰਤਜ਼ਾਮ ਕਰ ਦੇਵੇਗਾ। ਸੁਪਨੇ 'ਚ ਉਹ ਕਹੇਗਾ ਦਿਨ ਭਰ ਭੁੱਖੇ ਰਹੇ, ਬਹੁਤ ਪਰੇਸ਼ਾਨ ਹੋਏ, ਚਲੋ ਰਾਜੇ ਦੇ ਘਰ ਨਿਉਂਦਾ ਕਰਵਾ ਦੇਣਾ, ਤਾਂ ਰਾਤੀ ਤੁਸੀਂ ਭੋਜਨ ਕਰ ਲਓਗੇ। ਮਨ ਇੰਤਜ਼ਾਮ ਕਰ ਦੇਗਾ। ਉਹ ਕਹੇਗਾ ਜੋ ਸਰੀਰ ਤੋਂ ਨਹੀਂ ਹੋ ਪਾਇਆ ਉਹ ਮਨ ਤੋਂ ਕਰ ਦੇਣਾ।
ਰਾਤੀ ਸੁਪਨੇ ਅਸੀਂ ਜ਼ਿਆਦਾਤਰ ਅਜਿਹੀ ਦੇਖ ਰਹੇ ਹਾਂ ਜੋ ਸਬਸਟੀਟਿਊਟ ਹਨ। ਜੋ ਅਸੀਂ ਦਿਨ 'ਚ ਨਹੀਂ ਕਰ ਸਕੇ ਉਹ ਅਸੀਂ ਰਾਤ ਵਿੱਚ ਕਰ ਰਹੇ ਹਾਂ। ਮਨ ਇੰਤਜ਼ਾਮ ਕਰ ਰਿਹਾ। ਜੇ ਰਾਤ ਨੂੰ ਤੁਹਾਨੂੰ ਖਿਆਲ ਉੱਠਿਆ ਕਿ ਪਿਸ਼ਾਬ ਕਰ ਆਵਾਂ ਤਾਂ ਮਨ ਘੰਟੀ ਵਜਾ ਰਿਹਾ, ਕੁਛ ਇੰਤਜ਼ਾਮ ਕਰੇਗਾ। ਉਹ ਤੁਹਾਨੂੰ ਬਾਥਰੂਮ ਭੇਜ ਦੇਵੇਗਾ ਸੁਪਨੇ 'ਚ, ਅਤੇ ਤੁਹਾਨੂੰ ਬਲੈਡਰ ਉੱਤੇ ਜ਼ੋਰ ਘੱਟ ਪੈਣਾ ਸ਼ੁਰੂ ਹੋਇਆ। ਖਿਆਲ 'ਚ ਆ ਜਾਏਗਾ ਕਿ ਠੀਕ ਹੈ, ਬਾਥਰੂਮ ਹੋ ਆਇਆ, ਠੀਕ ਹੋ ਗਿਆ। ਨੀਂਦ ਨਾ ਟੁੱਟੇ ਇਸ ਲਈ ਮਨ ਇੰਤਜ਼ਾਮ ਕਰ ਦੇਗਾ। ਮਨ 24 ਘੰਟੇ ਤੁਹਾਡੀਆਂ ਜਾਣੀਆਂ ਅਣਜਾਣੀਆਂ ਇੱਛਾਵਾਂ ਦੀ ਖਾਤਰ ਇੰਤਜ਼ਾਮ ਕਰ ਰਿਹਾ ਹੈ। ਹੁਣ ਇਹ ਆਦਮੀ ਅਧਰੰਗ ਖਾ ਕੇ ਡਿੱਗ ਪਿਆ। ਹੁਣ ਅਸੀਂ ਉਹਦਾ ਇਲਾਜ ਕਰਨ 'ਚ ਲੱਗੇ ਹਾਂ। ਸਾਡੀਆਂ ਸਭ ਦਵਾਈਆਂ ਨਾਲ ਇਹਨੂੰ ਨੁਕਸਾਨ ਪੁੱਜਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਇਹਨੂੰ ਅਧਰੰਗ ਹੈ ਹੀ ਨਹੀਂ। ਉਹ ਕਾਬੂ ਹੇਠਲੀ ਬਿਮਾਰੀ ਹੈ। ਜੇ ਅਸੀਂ ਅਧਰੰਗ ਕਿਸੇ ਤਰ੍ਹਾਂ ਠੀਕ ਵੀ ਕਰ ਦਈਏ ਤਾਂ ਇਹ ਦੂਜੀ ਬਿਮਾਰੀ ਪੈਦਾ ਕਰ ਲਏਗਾ, ਇਹ ਤੀਜੀ ਬਿਮਾਰੀ ਪੈਦਾ ਕਰੇਗਾ, ਚੌਥੀ ਬਿਮਾਰੀ ਪੈਦਾ ਕਰੇਗਾ। ਅਸਲ 'ਚ ਜਦ ਤੱਕ ਇਹ ਬਾਜ਼ਾਰ ਜਾਣ ਦੀ ਹਿੰਮਤ ਨਹੀਂ ਜੁਟਾ ਪਾਉਂਦਾ ਤਦ ਤੱਕ ਉਹਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਚਲੀਆਂ ਜਾਣਗੀਆਂ ਅਤੇ ਬਿਮਾਰ ਹੁੰਦਿਆਂ ਇਹ ਪਾਏਗਾ ਕਿ ਸਾਰੀ ਸਥਿਤੀ ਬਦਲ ਗਈ। ਹੁਣ ਉਹ ਇਹ ਕਹਿ ਸਕਦਾ ਹੈ ਕਿ ਬੈਂਕਰਪਟ ਹੋਣ ਦੇ ਲਈ ਜਸਟੀਫਾਈਡ ਹੈ। ਮੈਂ ਕੀ ਕਰ ਸਕਦਾ, ਅਧਰੰਗ ਹੋ ਗਿਆ। ਹੁਣ ਇਹ ਕਹਿ ਸਕਦਾ ਹੈ ਕਿ ਕਿਸੇ ਕਰਜ਼ਦਾਰ ਨੂੰ ਭਰਾਵਾ ਕਿਵੇਂ ਅਦਾ ਕਰ ਸਕਦਾ, ਦੇਖੋ ਮੇਰੀ ਹਾਲਤ। ਸੱਚ ਤਾਂ ਇਹ ਹੈ ਕਿ ਜਦ ਲੈਣ ਵਾਲਾ ਉਹਦੇ ਸਾਹਮਣੇ ਆਏਗਾ ਤਾਂ ਖੁਦ ਹੀ ਸ਼ਰਮ ਮਹਿਸੂਸ ਕਰੇਗਾ ਕਿ ਉਹ ਤੋਂ ਕਿਵੇਂ ਮੰਗੇ। ਉਹਦੀ ਪਤਨੀ ਉਹਦੀ ਜ਼ਿਆਦਾ ਸੇਵਾ ਕਰੇਗੀ, ਬੇਟੇ ਜ਼ਿਆਦਾ ਪੈਰ ਘੁੱਟਣਗੇ, ਮਿੱਤਰ ਦੇਖਣ ਆਉਣਗੇ, ਉਹਦੀ ਮੰਜੀ ਦੇ ਕੋਲ ਲੋਕ ਬੈਠਣਗੇ। ਅਸਲ 'ਚ ਜਦ ਤੱਕ ਬਿਮਾਰ ਨਾ ਹੋ ਜਾਏ ਅਸੀਂ ਕਦੇ ਉਹਨੂੰ ਪ੍ਰੇਮ ਕਰਦੇ ਹੀ ਨਹੀਂ। ਸੋ ਜਿਹਨੂੰ ਪ੍ਰੇਮ ਪਾਉਣ ਦੀ ਇੱਛਾ ਹੋਵੇ ਉਹਨੂੰ ਬਿਮਾਰ ਬਣਨਾ ਪੈਂਦਾ ਹੈ। ਇਸਤਰੀਆਂ ਅਕਸਰ ਬਿਮਾਰ ਪਈਆਂ ਰਹਿੰਦੀਆਂ। ਉਹਦਾ ਕੁੱਲ ਕਾਰਨ ਇਹ ਹੈ ਕਿ ਬਿਮਾਰੀ ਉਹਨਾਂ ਲਈ ਪ੍ਰੇਮ ਪਾਉਣ ਦਾ ਰਾਹ ਹੈ। ਉਹ ਜਾਣਦੀਆਂ ਕਿ ਪਤੀ ਨੂੰ ਰੋਕਣ ਦਾ ਹੋਰ ਕੋਈ ਉਪਾਅ ਨਹੀਂ ਹੈ। ਪਤਨੀ ਨਹੀਂ ਰੋਕ ਪਾਉਂਦੀ, ਬਿਮਾਰੀ ਰੋਕ ਪਾਉਂਦੀ ਹੈ। ਇੱਕ ਦਫਾ ਪਤਾ ਲੱਗ ਜਾਏ ਅਤੇ ਇਹਦਾ ਖਿਆਲ ਮਨ 'ਚ ਬੈਠ ਜਾਏ ਤਾਂ ਜਦ ਵੀ ਹਮਦਰਦੀ ਚਾਹੀਦੀ ਹੋਏਗੀ ਅਸੀਂ ਬਿਮਾਰ ਰਹਿਣ ਲੱਗਾਂਗੇ। ਅਸਲ 'ਚ ਬਿਮਾਰ ਦੇ ਨਾਲ ਹਮਦਰਦੀ ਜਤਾਉਣੀ ਖਤਰਨਾਕ ਹੈ। ਬਿਮਾਰ ਦਾ ਇਲਾਜ ਕਰਨਾ ਠੀਕ ਹੈ, ਹਮਦਰਦੀ ਜਤਾਉਣੀ ਖਤਰਨਾਕ ਹੈ, ਕਿਉਂਕਿ ਹਮਦਰਦੀ ਨਾਲ ਤੁਸੀਂ ਉਹਦੀ ਬਿਮਾਰੀ ਵਿੱਚ ਰੁਚੀ ਪੈਦਾ ਕਰ ਰਹੇ ਹੋ ਜੋ ਕਿ ਖਤਰਨਾਕ ਸਿੱਧ ਹੁੰਦੀ ਹੈ। ਹੁਣ ਇਹ ਆਦਮੀ ਜਿਹੜਾ ਅਧਰੰਗ ਨਾਲ ਡਿੱਗ ਪਿਆ ਹੈ, ਇਹਦਾ ਕੋਈ ਇਲਾਜ ਉਹਨੂੰ ਠੀਕ ਨਹੀਂ ਕਰ ਸਕਦਾ। ਉਹ ਦੂਜੀਆਂ ਬਿਮਾਰੀਆਂ ਬਦਲ ਲਏਗਾ ਬਸ ਕਿਉਂਕਿ ਅਧਰੰਗ ਉਹਦੀ ਬਿਮਾਰੀ ਨਹੀਂ ਹੈ। ਅਧਰੰਗ ਇਹਦਾ ਭਾਵ ਹੈ, ਅਧਰੰਗ ਮਾਨਸਿਕ ਹੈ। ਇਸ ਸੰਬੰਧ ਵਿੱਚ ਘਟਨਾ ਹੈ ਕਿ ਅਜਿਹੇ ਅਧਰੰਗ ਵਾਲੇ ਵਿਅਕਤੀ ਦੇ ਘਰ 'ਚ ਅੱਗ ਲੱਗ ਗਈ। ਉਹ 2 ਸਾਲ ਤੋਂ ਅਧਰੰਗ 'ਚ ਪਏ ਸੀ, ਉੱਠ ਨਹੀਂ ਸਕਦੇ ਸੀ। ਘਰ 'ਚ ਅੱਗ ਲੱਗ ਗਈ। ਸਾਰੇ ਘਰ ਦੇ ਲੋਕ ਬਾਹਰ ਪਹੁੰਚ ਗਏ। ਤਦ ਘਰ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਓਏ ਉਹਨਾਂ ਦਾ ਕੀ ਬਣੇਗਾ। ਲੇਕਿਨ ਦੇਖਿਆ ਉਹ ਚਲੇ ਆ ਰਹੇ ਹੈ, ਉਹ ਦੌੜੇ ਚਲੇ ਆ ਰਹੇ ਹੈ ਜੋ ਕਿ ਉੱਠ ਵੀ ਨਹੀਂ ਸਕਦੇ ਸੀ। ਅਤੇ ਜਦ ਘਰ ਦੇ ਲੋਕਾਂ ਨੇ ਕਿਹਾ ਕਿ ਤੁਸੀਂ ਤਾਂ ਚੱਲ ਰਹੇ ਹੋ, ਉਹ ਆਦਮੀ ਨੇ ਕਿਹਾ ਮੈਂ ਕਿਵੇਂ ਚੱਲ ਸਕਦਾ। ਉਹ ਵਾਪਸ ਡਿੱਗ ਪਿਆ। ਉਹਨੂੰ ਅਜਿਹਾ ਕਿਉਂ ਹੋਇਆ? ਨਹੀਂ ਕਿ ਇਹ ਧੋਖਾ ਦੇ ਰਿਹਾ ਹੈ, ਇਹ ਧੋਖਾ ਨਹੀਂ ਦੇ ਰਿਹਾ। ਬਿਮਾਰੀ ਮਾਈਂਡ ਓਰੀਐਂਟਿਡ ਹੈ, ਬਾਡੀ ਓਰੀਐਂਟਿਡ ਨਹੀਂ ਹੈ। ਬਸ ਇੰਨਾ ਹੀ ਫਰਕ ਹੈ। ਇਸ ਲਈ ਜਦ ਵੀ ਕੋਈ ਇਲਾਜ ਕਰਤਾ ਮਰੀਜ਼ ਨੂੰ ਕਹਿੰਦਾ ਹੈ ਕਿ ਤੇਰੀ ਬਿਮਾਰੀ ਮਾਨਸਿਕ ਹੈ ਤਾਂ ਮਰੀਜ਼ ਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਮਾਨਸਿਕ ਬਿਮਾਰੀ 'ਚ ਅਜਿਹਾ ਭਾਵ ਲੱਗਦਾ ਹੈ ਕਿ ਤੂੰ ਨਾਹਕ ਬਿਮਾਰੀ ਦਿਖਾ ਰਿਹਾ। ਇਹ ਗੱਲ ਗਲਤ ਹੈ। ਕੋਈ ਆਦਮੀ ਨਾਹਕ ਬਿਮਾਰੀ ਨਹੀਂ ਦਿਖਾ ਰਿਹਾ। ਬਿਮਾਰੀ ਦੇ ਮਾਨਸਿਕ ਕਾਰਨ ਵੀ ਹਨ ਅਤੇ ਬਿਮਾਰੀ ਦੇ ਮਾਨਸਿਕ ਕਾਰਨ ਓਨੇ ਹੀ ਮਹੱਤਵਪੂਰਨ ਹਨ ਜਿੰਨੇ ਮਹੱਤਵਪੂਰਨ ਸਰੀਰਕ ਕਾਰਨ ਹਨ, ਬਲਕਿ ਸ਼ਾਇਦ ਜ਼ਿਆਦਾ ਮਹੱਤਵਪੂਰਨ ਹਨ। ਇਸ ਲਈ ਕਿਸੇ ਮਰੀਜ਼ ਨੂੰ ਭੁੱਲ ਕੇ ਵੀ ਇਹ ਕਹਿਣਾ ਕਿ ਤੈਨੂੰ ਮਾਨਸਿਕ ਬਿਮਾਰੀ ਹੈ, ਤੂੰ ਤਾਂ ਮੈਂਟਲੀ ਇਲ ਹੈ, ਇਲਾਜ ਕਰਤਾ ਦਾ ਦੁਰਵਿਹਾਰ ਹੈ। ਇਸ ਨਾਲ ਬਿਮਾਰ ਠੀਕ ਨਹੀਂ ਹੁੰਦਾ। ਇਸ ਨਾਲ ਸਿਰਫ ਇਲਾਜ ਕਰਤਾ ਦੇ ਖਿਲਾਫ ਹੋਏਗਾ। ਕਿਉਂ ਹੁਣ ਤੱਕ ਅਸੀਂ ਮਾਨਸਿਕ ਬਿਮਾਰੀ ਦੇ ਸੰਬੰਧ 'ਚ ਸਦਭਾਵ ਪੈਦਾ ਨਹੀਂ ਕਰ ਪਾਏ? ਜੇ ਮੇਰੇ ਪੈਰ 'ਚ ਸੱਟ ਹੈ ਤਾਂ ਸਾਰੇ ਹਮਦਰਦੀ ਦਿਖਾਉਣਗੇ, ਪਰ ਜੇ ਮੇਰੇ ਮਨ 'ਚ ਸੱਟ ਹੈ ਤਾਂ ਲੋਕ ਕਹਿੰਦੇ ਹਨ ਕਿ ਤਾਂ ਮਾਨਸਿਕ ਬਿਮਾਰੀ ਹੈ, ਜਿਵੇਂ ਕਿ ਮੈਂ ਕੋਈ ਗਲਤੀ ਕੀਤੀ ਹੈ। ਪੈਰ 'ਚ ਸੱਟ ਹੁੰਦੀ, ਹਮਦਰਦੀ ਵੀ ਮਿਲਦੀ, ਲੇਕਿਨ ਮਾਨਸਿਕ ਬਿਮਾਰੀ ਜਿਵੇਂ ਮੇਰੀ ਕੋਈ ਭੁੱਲ ਹੈ, ਨਹੀਂ, ਭੁੱਲ ਨਹੀਂ ਹੈ। ਮਾਨਸਿਕ ਬਿਮਾਰੀ ਦਾ ਆਪਣਾ ਤਲ ਹੈ, ਪਰ ਇਲਾਜ ਕਰਤਾ ਉਹਨੂੰ ਸਵੀਕਾਰ ਨਹੀਂ ਕਰਦਾ। ਇਸ ਲਈ ਉਹਦੇ ਕੋਲ ਸਿਰਫ ਸਰੀਰਕ ਇਲਾਜ ਦਾ ਉਪਾਅ ਹੈ, ਹੋਰ ਕੋਈ ਕਾਰਨ ਨਹੀਂ ਹੈ। ਉਹ ਕਹਿੰਦਾ ਇਹ ਬਿਮਾਰੀ ਨਹੀਂ। ਅਸਲ 'ਚ ਉਹਨੂੰ ਕਹਿਣਾ ਚਾਹੀਦਾ ਹੈ ਕਿ ਮੇਰੀ ਵਿੱਤ ਦੇ ਅੰਦਰ ਨਹੀਂ ਹੈ, ਤੂੰ ਹੋਰ ਤਰ੍ਹਾਂ ਦਾ ਇਲਾਜ ਕਰਤਾ ਭਾਲ, ਜਾਂ ਮੈਨੂੰ ਹੋਰ ਤਰ੍ਹਾਂ ਦਾ ਇਲਾਜ ਕਰਤਾ ਬਣਨਾ ਪਏਗਾ। ਇਸ ਆਦਮੀ ਨੂੰ ਅੰਦਰ ਤੋਂ ਬਾਹਰ ਦੀ ਤਰਫ ਆਉਣ ਵਾਲਾ ਇਲਾਜ ਚਾਹੀਦਾ ਹੈ। ਹੋ ਸਕਦਾ ਬਹੁਤ ਛੋਟੀ ਜਿਹੀ ਗੱਲ ਇਹਦੀ ਜ਼ਿੰਦਗੀ ਬਦਲ ਦੇਵੇ। ਧਿਆਨ ਮੇਰੇ ਲਈ ਅੰਦਰ ਤੋਂ ਬਾਹਰ ਦੀ ਤਰਫ ਆਉਣ ਵਾਲਾ ਇਲਾਜ ਹੈ।
ਬੁੱਧ ਨੂੰ ਕਿਸੇ ਨੇ ਜਾ ਕੇ ਕਿਹਾ ਇੱਕ ਦਿਨ ਕਿ ਤੁਸੀਂ ਕੌਣ ਹੋ? ਦਾਰਸ਼ਨਿਕ ਹੋ, ਵਿਚਾਰਕ ਹੋ, ਸੰਤ ਹੋ, ਯੋਗੀ ਹੋ, ਕੌਣ ਹੋ? ਬੁੱਧ ਨੇ ਕਿਹਾ ਮੈਂ ਸਿਰਫ ਇੱਕ ਵੈਦ ਹਾਂ, ਮੈਂ ਇੱਕ ਇਲਾਜ ਕਰਤਾ, ਜਸਟ ਅ ਫਿਜ਼ੀਸ਼ੀਅਨ। ਬੁੱਧ ਦਾ ਜਵਾਬ ਬਹੁਤ ਅਨੋਖਾ ਹੈ, ਸਿਰਫ ਇੱਕ ਇਲਾਜ ਕਰਤਾ। ਅੰਦਰ ਦੀਆਂ ਬਿਮਾਰੀਆਂ ਦੇ ਸੰਬੰਧ 'ਚ ਕੁਝ ਮੈਨੂੰ ਪਤਾ ਹੈ, ਉਹ ਮੈਂ ਤੁਹਾਨੂੰ ਦੱਸਦਾ। ਜਿਸ ਦਿਨ ਸਾਨੂੰ ਇਹ ਖਿਆਲ ਆ ਜਾਏ ਕਿ ਅੰਦਰ ਦੀਆਂ ਬਿਮਾਰੀਆਂ ਦੇ ਸੰਬੰਧ 'ਚ ਕੁਝ ਕਰਨਾ ਹੀ ਪਏਗਾ, ਨਹੀਂ ਤਾਂ ਬਾਹਰ ਦੀ ਬਿਮਾਰੀ ਨਾ ਤਾਂ ਅਸੀਂ ਮਿਟਾ ਸਕਦੇ ਹਾਂ ਪੂਰੀ ਤਰ੍ਹਾਂ, ਨਾ ਖ਼ਤਮ ਕਰ ਸਕਦੇ ਹਾਂ, ਉਸੇ ਦਿਨ ਅਸੀਂ ਪਾਵਾਂਗੇ ਕਿ ਰਿਲੀਜਨ ਅਤੇ ਸਾਇੰਸ ਕਰੀਬ ਆਉਣੇ ਸ਼ੁਰੂ ਹੋ ਗਏ। ਉਸੇ ਦਿਨ ਅਸੀਂ ਪਾਵਾਂਗੇ ਕਿ ਇਲਾਜ ਅਤੇ ਧਿਆਨ ਕਰੀਬ ਆਉਣੇ ਸ਼ੁਰੂ ਹੋ ਗਏ। ਅਤੇ ਮੇਰੀ ਆਪਣੀ ਸਮਝ ਇਹ ਹੈ ਕਿ ਇਸ ਪੁਲ ਨੂੰ ਬਣਾਉਣ 'ਚ ਇਲਾਜ ਜਿੰਨਾ ਵੱਡਾ ਕੰਮ ਕਰ ਸਕਦਾ ਹੈ, ਉਨਾ ਦੂਜੀ ਕੋਈ ਸਾਇੰਸ ਨਹੀਂ ਕਰੇਗੀ। ਕੈਮਿਸਟਰੀ ਨੂੰ ਰਿਲੀਜਨ ਦੇ ਕੋਲ ਆਉਣ ਦੀ ਅਜੇ ਕੋਈ ਵਜ੍ਹਾ ਨਹੀਂ ਹੈ। ਇਸ ਤਰ੍ਹਾਂ ਫਿਜ਼ਿਕਸ ਨੂੰ, ਗਣਿਤ ਨੂੰ ਰਿਲੀਜਨ ਦੇ ਕੋਲ ਆਉਣ ਦੀ ਕੋਈ ਵਜ੍ਹਾ ਨਹੀਂ ਹੈ। ਅਜੇ ਗਣਿਤ ਬਿਨਾਂ ਧਰਮ ਦੇ ਰਹਿ ਸਕਦਾ। ਮੈਂ ਸੋਚਦਾ ਸਦਾ ਰਹਿ ਸਕੇਗਾ, ਕਿਉਂਕਿ ਗਣਿਤ ਕਦੇ ਵੀ ਅਜਿਹੀ ਸਥਿਤੀ 'ਚ ਪਹੁੰਚੇ ਜਿੱਥੇ ਉਹਨੂੰ ਧਰਮ ਦੀ ਜ਼ਰੂਰਤ ਪੈ ਜਾਏ, ਜਿਹਾ ਮੈਨੂੰ ਦਿਖਾਈ ਨਹੀਂ ਪੈਂਦਾ। ਜਾਂ ਅਜਿਹਾ ਕੋਈ ਇੱਛੇ ਨਾ ਆ ਜਾਏ ਜਿੱਥੇ ਗਣਿਤ ਨੂੰ ਅਜਿਹਾ ਲੱਗੇ ਕਿ ਬਿਨਾਂ ਧਰਮ ਦੇ ਗਣਿਤ ਵਿਕਸਿਤ ਨਹੀਂ ਹੋਏਗਾ। ਅਜਿਹਾ ਮੈਂ ਕਨਸੀਵ ਨਹੀਂ ਕਰ ਪਾਉਂਦਾ। ਕਦੇ ਨਹੀਂ ਆਏਗਾ ਉਹ ਦਿਨ। ਗਣਿਤ ਆਪਣੀ ਖੇਡ ਨੂੰ ਜਾਰੀ ਰੱਖ ਸਕਦਾ ਹੈ ਅੰਤ ਤੱਕ, ਕਿਉਂਕਿ ਗਣਿਤ ਇੱਕ ਖੇਡ ਹੈ, ਜ਼ਿੰਦਗੀ ਗਣਿਤ ਨਹੀਂ ਹੈ। ਲੇਕਿਨ ਇਲਾਜ ਕਰਤਾ ਖੇਡ 'ਚ ਨਹੀਂ ਹੈ, ਜ਼ਿੰਦਗੀ ਦੇ ਨਾਲ ਹੈ। ਇਲਾਜ ਕਰਤਾ ਹੀ ਸ਼ਾਇਦ ਪਹਿਲਾ ਬ੍ਰਿਜ ਬਣੇਗਾ ਰਿਲੀਜਨ ਅਤੇ ਸਾਇੰਸ ਦੇ ਵਿਚਾਲੇ। ਬਣ ਰਿਹਾ ਹੈ। ਵਿਕਸਤ ਸਮਝਦਾਰ ਮਨੁੱਖਾਂ 'ਚ ਬਣਨਾ ਸ਼ੁਰੂ ਹੋ ਗਿਆ ਹੈ, ਕਿਉਂਕਿ ਇਲਾਜ ਕਰਤਾ ਨੇ ਬੰਦੇ ਦੇ ਨਾਲ ਵਿਹਾਰ ਕਰਨਾ ਹੈ। ਜਿਵੇਂ ਕਿ ਕਾਰਲ ਗੁਸਤਾਵ ਜੁੰਗ ਨੇ ਮਰਨ ਤੋਂ ਪਹਿਲਾਂ ਕਿਹਾ ਕਿ ਮੈਂ ਇੱਕ ਇਲਾਜ ਕਰਤਾ ਦੀ ਹੈਸੀਅਤ ਨਾਲ ਕਹਿ ਸਕਦਾ ਕਿ 40 ਸਾਲ ਦੀ ਉਮਰ ਦੇ ਬਾਅਦ ਜਿੰਨੇ ਮਰੀਜ਼ ਮੇਰੇ ਕੋਲ ਆਏ, ਬੁਨਿਆਦੀ ਰੂਪ 'ਚ ਉਹਨਾਂ ਦੀ ਬਿਮਾਰੀ ਧਰਮ ਦੀ ਅਣਹੋਂਦ ਸੀ। ਬਹੁਤ ਤਕਨੀਕੀ ਗੱਲ ਹੈ। ਜੇ ਉਹਨਾਂ ਨੂੰ ਕਿਸੇ ਤਰ੍ਹਾਂ ਧਰਮ ਦਿੱਤਾ ਜਾ ਸਕੇ ਤਾਂ ਉਹ ਤੰਦਰੁਸਤ ਹੋ ਜਾਣ। ਇਹ ਕੁਝ ਸਮਝਣ ਜਿਹਾ ਹੈ। ਜਿਵੇਂ ਵਿਅਕਤੀ ਦੀ ਜ਼ਿੰਦਗੀ ਢਲਣੀ ਸ਼ੁਰੂ ਹੁੰਦੀ ਹੈ, 35 ਸਾਲ ਤੱਕ ਉਮਰ ਚੜ੍ਹਦੀ ਹੈ, ਉਹਦੇ ਬਾਅਦ ਉਮਰ ਢਲਣੀ ਸ਼ੁਰੂ ਹੋ ਜਾਂਦੀ ਹੈ। ਤਾਂ ਹੋ ਸਕਦਾ ਹੈ 35 ਸਾਲ ਤੱਕ ਧਿਆਨ ਦੀ ਕੋਈ ਜ਼ਰੂਰਤ ਨਾ ਮਾਲੂਮ ਪਵੇ, ਕਿਉਂਕਿ ਆਦਮੀ ਬਾਡੀ ਓਰੀਐਂਟਿਡ ਹੈ, ਅਜੇ ਚੜ੍ਹ ਰਿਹਾ ਸਰੀਰ। ਅਜੇ ਹੋ ਸਕਦਾ ਹੈ ਸਭ ਬਿਮਾਰੀਆਂ ਸਰੀਰ ਦੀਆਂ ਹੋਣ, ਪਰ 35 ਦੇ ਬਾਅਦ ਬਿਮਾਰੀਆਂ ਨਵਾਂ ਰੁੱਖ ਲੈਣਗੀਆਂ, ਕਿਉਂਕਿ ਹੁਣ ਜ਼ਿੰਦਗੀ ਮੌਤ ਦੀ ਤਰਫ ਚੱਲਣੀ ਸ਼ੁਰੂ ਹੋ ਗਈ ਹੈ। ਅਤੇ ਜਦ ਜ਼ਿੰਦਗੀ ਵੱਧਦੀ ਹੈ, ਬਾਹਰ ਦੀ ਤਰਫ ਫੈਲਦੀ ਹੈ, ਅਤੇ ਜਦ ਆਦਮੀ ਮਰਦਾ ਹੈ, ਅੰਦਰ ਦੀ ਤਰਫ ਸੁੰਗੜਦਾ ਹੈ, ਬੁਢਾਪਾ ਅੰਦਰ ਦੀ ਤਰਫ ਸੁੰਗੜ ਜਾਂਦਾ ਹੈ। ਸੱਚ ਤਾਂ ਹੀ ਹੈ, ਬੁੱਢੇ ਆਦਮੀਆਂ ਦੀਆਂ ਸਾਰੀਆਂ ਬਿਮਾਰੀਆਂ ਬਹੁਤ ਗਹਿਰੇ 'ਚ ਮੌਤ ਹੁੰਦੀ ਹੈ। ਆਮ ਤੌਰ 'ਤੇ ਲੋਕ ਕਹਿੰਦੇ ਆ ਕਿ ਫਲਾਣਾ ਆਦਮੀ ਬਿਮਾਰੀ ਦੇ ਕਾਰਨ ਮਰ ਗਿਆ। ਮੈਂ ਮੰਨਦਾ ਇਸ ਨਾਲੋਂ ਜ਼ਿਆਦਾ ਮੁਨਾਸਿਬ ਹੋਏਗਾ ਕਿ ਫਲਾਣਾ ਆਦਮੀ ਮਰਨ ਦੇ ਕਾਰਨ ਬਿਮਾਰ ਹੋ ਗਿਆ। ਅਸਲ ਵਿੱਚ ਮਰਨ ਦੀ ਸੰਭਾਵਨਾ 1000 ਤਰ੍ਹਾਂ ਦੀਆਂ ਬਿਮਾਰੀਆਂ ਦੇ ਲਈ ਵਲਨਰੇਬਿਲਿਟੀ ਪੈਦਾ ਕਰ ਦਿੰਦੀ ਹੈ। ਜਿਵੇਂ ਹੀ ਮੈਨੂੰ ਲੱਗਦਾ ਮਰ ਜਾਵਾਂਗਾ, ਮੇਰੇ ਸਭ ਦੁਆਰ ਖੁੱਲ੍ਹ ਜਾਂਦੇ ਹੈ ਬਿਮਾਰੀਆਂ ਦੇ ਲਈ। ਮੈਂ ਉਹਨਾਂ ਨੂੰ ਫੜ ਲੈਂਦਾ। ਜੇ ਇੱਕ ਆਦਮੀ ਨੂੰ ਪੱਕਾ ਹੋ ਜਾਏ ਕਿ ਉਹ ਕੱਲ੍ਹ ਮਰ ਜਾਏਗਾ, ਬਿਲਕੁਲ ਤੰਦਰੁਸਤ ਆਦਮੀ ਬਿਮਾਰ ਪੈ ਜਾਏਗਾ। ਸਭ ਤਰ੍ਹਾਂ ਠੀਕ ਸੀ, ਸਭ ਤਰ੍ਹਾਂ ਦੀ ਰਿਪੋਰਟ ਠੀਕ ਸੀ, ਐਕਸਰੇ ਠੀਕ, ਉਹਦਾ ਬਲੱਡ ਪ੍ਰੈਸ਼ਰ ਠੀਕ, ਉਹਦੇ ਦਿਲ ਦੀ ਧੜਕਣ ਠੀਕ, ਸਟੈਥੋਸਕੋਪ ਸਭ ਠੀਕ ਦੱਸਦਾ ਸੀ, ਪਰ ਇਹਨੂੰ ਪੱਕਾ ਦੱਸ ਦਿੱਤਾ ਜਾਏ ਕਿ ਉਹ 24 ਘੰਟੇ ਬਾਅਦ ਮਰ ਜਾਏਗਾ। ਤੁਸੀਂ ਅਚਾਨਕ ਪਾਓਗੇ ਕਿ ਉਹਨੇ ਹਜ਼ਾਰਾਂ ਬਿਮਾਰੀਆਂ ਪਕੜਨੀਆਂ ਸ਼ੁਰੂ ਕਰ ਦਿੱਤੀਆਂ। 24 ਘੰਟੇ 'ਚ ਇੰਨੀਆਂ ਬਿਮਾਰੀਆਂ ਪਕੜਨੀਆਂ ਸ਼ੁਰੂ ਕਰ ਦਿੱਤੀਆਂ। 24 ਘੰਟੇ 'ਚ ਇੰਨੀਆਂ ਬਿਮਾਰੀਆਂ ਪਕੜ ਲਏਗਾ ਜਿੰਨੀਆਂ ਕਿ 24 ਜ਼ਿੰਦਗੀਆਂ 'ਚ ਪਕੜਨੀਆਂ ਮੁਸ਼ਕਿਲ ਸੀ। ਕੀ ਹੋ ਗਿਆ ਇਸ ਆਦਮੀ ਨੂੰ? ਓਪਨ ਹੋ ਗਿਆ ਬਿਮਾਰੀ ਦੇ ਲਈ। ਹੁਣ ਉਹਨੇ ਰੈਜ਼ਿਸਟੈਂਸ ਛੱਡ ਦਿੱਤੀ ਹੈ। ਜਦ ਮਰਨਾ ਹੀ ਹੈ ਤਾਂ ਉਹਦੇ ਅੰਦਰ ਜੋ ਚੇਤਨਾ ਦੀ ਦੀਵਾਰ, ਉਹ ਜੋ ਚੇਤਨਾ ਦਾ ਘੇਰਾ ਸੀ ਬਿਮਾਰੀ ਦੇ ਪ੍ਰਤੀ, ਉਸ ਤੋਂ ਮੁੜ ਗਏ। ਹੁਣ ਉਹ ਮਰਨ ਦੇ ਲਈ ਰਾਜ਼ੀ ਹੋ ਗਿਆ ਤਾਂ ਬਿਮਾਰੀ ਆਉਣੀ ਸ਼ੁਰੂ ਹੋ ਗਈ। ਇਸ ਲਈ ਰਿਟਾਇਰਡ ਆਦਮੀ ਛੇਤੀ ਮਰ ਜਾਂਦਾ ਹੈ। ਅਤੇ ਰਿਟਾਇਰਡ ਆਦਮੀ ਨੂੰ ਰਿਟਾਇਰਡ ਹੋਣ ਤੋਂ ਪਹਿਲਾਂ ਠੀਕ ਤਰ੍ਹਾਂ ਨਾਲ ਸਮਝ ਲੈਣਾ ਚਾਹੀਦਾ ਹੈ। 5-6 ਸਾਲ ਉਮਰ ਦਾ ਫਰਕ ਪੈਂਦਾ ਹੈ। ਜੋ ਆਦਮੀ 70 ਸਾਲ 'ਚ ਮਰਦਾ ਉਹ 65 ਵਿੱਚ ਮਰੇਗਾ। ਜਿਹੜਾ 80 'ਚ ਮਰਦਾ ਉਹ 75 'ਚ ਮਰ ਜਾਏਗਾ। ਅਤੇ ਬਾਕੀ ਸਮਾਂ ਰਿਟਾਇਰਮੈਂਟ ਦੇ ਜੋ 10-15 ਵਰ੍ਹੇ ਗੁਜ਼ਾਰੇਗਾ, ਉਹ ਮਰਨ ਦੀ ਤਿਆਰੀ ਹੈ। ਉਹ ਹੋਰ ਕੋਈ ਕੰਮ ਨਹੀਂ ਕਰੇਗਾ, ਕਿਉਂਕਿ ਜਿਵੇਂ ਹੀ ਇੱਕ ਦਫਾ ਉਹਨੂੰ ਪਤਾ ਲੱਗੇਗਾ ਉਹ ਜ਼ਿੰਦਗੀ ਦੇ ਲਈ ਬੇਕਾਰ ਹੋ ਗਿਆ ਅਤੇ ਹੁਣ ਉਹਦਾ ਕੋਈ ਕੰਮ ਨਹੀਂ ਰਿਹਾ। ਸੜਕ 'ਤੇ ਕੋਈ ਨਮਸਕਾਰ ਨਹੀਂ ਕਰਦਾ, ਕਿਉਂਕਿ ਜਦ ਤੱਕ ਉਹ ਸੈਕਟਰੀਏਟ 'ਚ ਸੀ ਗੱਲ ਹੋਰ ਸੀ। ਹੁਣ ਕੋਈ ਨਮਸਕਾਰ ਨਹੀਂ ਕਰਦਾ, ਕੋਈ ਦੇਖਦਾ ਨਹੀਂ, ਕਿਉਂਕਿ ਹੁਣ ਨਮਸਕਾਰ ਵੀ ਲੋਕ ਦੂਜਿਆਂ ਨੂੰ ਕਰਨਗੇ। ਹਰ ਆਦਮੀ, ਹਰ ਚੀਜ਼ ਦੀ ਇਕੋਨਮੀ ਹੈ। ਸੈਕਟਰੀਏਟ 'ਚ ਦੂਜੇ ਲੋਕ ਪਹੁੰਚ ਗਏ ਹਨ, ਉਹਨਾਂ ਨੂੰ ਨਮਸਕਾਰ ਕਰਨ।
ਕਿ ਹੁਣ ਜੇਕਰ ਤੁਹਾਨੂੰ ਵੀ ਨਮਸਕਾਰ ਵਜਾਉਂਦੇ ਰਹਿਣ ਤਾਂ ਮੁਸ਼ਕਿਲ ਹੋ ਜਾਏਗੀ। ਲੋਕ ਤੁਹਾਨੂੰ ਵੀ ਨਮਸਕਾਰ ਵਜਾਉਂਦੇ ਰਹਿਣ, ਲੋਕ ਤੁਹਾਨੂੰ ਭੁੱਲ ਜਾਣਗੇ। ਹੁਣ ਉਸ ਆਦਮੀ ਨੂੰ ਅਚਾਨਕ ਲੱਗਦਾ ਹੈ ਉਹ ਬੇਕਾਰ ਹੋ ਗਿਆ, ਯੂਜ਼ਲੈਸ ਹੋ ਗਿਆ, ਕਿਸੇ ਨੂੰ ਉਹਦੀ ਕੋਈ ਜ਼ਰੂਰਤ ਨਹੀਂ। ਘਰ 'ਚ ਬੱਚੇ ਆਪਣੀ ਪਤਨੀਆਂ ਦੇ ਨਾਲ ਫਿਲਮ ਦੇਖਣ ਜਾਣ ਲੱਗਣਗੇ। ਪਹਿਲਾਂ ਜਿਨ੍ਹਾਂ ਦੇ ਲਈ ਉਹ ਕੰਮ ਦਾ ਸੀ, ਹੁਣ ਉਹਨਾਂ ਲਈ ਉਹ ਬੇਕੰਮਾ ਹੋ ਗਿਆ। ਅਚਾਨਕ ਵਲਨਰੇਬਿਲਿਟੀ ਪੈਦਾ ਹੋ ਗਈ। ਹੁਣ ਮੌਤ ਲਈ ਚਾਰੇ ਪਾਸਿਆਂ ਤੋਂ ਖੁੱਲ੍ਹ ਗਿਆ। ਮਨੁੱਖ ਦੀ ਚੇਤਨਾ ਅੰਦਰ ਤੋਂ ਨਰੋਈ ਹੁੰਦੀ ਹੈ। ਇੱਕ ਉਹਨੂੰ ਅੰਦਰ ਦੀ ਚੇਤਨਾ ਦਾ ਅਹਿਸਾਸ ਸ਼ੁਰੂ ਹੋ ਜਾਏ, ਅੰਦਰ ਦੀ ਚੇਤਨਾ ਦੀ ਫੀਲਿੰਗ ਸ਼ੁਰੂ ਹੋ ਜਾਣ। ਸਾਨੂੰ ਆਮ ਤੌਰ 'ਤੇ ਅੰਦਰ ਦੀ ਕੋਈ ਫੀਲਿੰਗਸ ਨਹੀਂ ਹੁੰਦੀ। ਸਾਡੀ ਸਭ ਫੀਲਿੰਗ ਸਰੀਰ ਦੀ ਹੁੰਦੀ ਹੈ, ਹੱਥ ਦੀ ਹੁੰਦੀ, ਪੈਰ ਦੀ ਹੁੰਦੀ, ਸਿਰ ਦੀ ਹੁੰਦੀ ਹੈ, ਦਿਲ ਦੀ ਹੁੰਦੀ ਹੈ। ਉਹਦੇ ਲਈ ਹੁੰਦੀਆਂ ਜੋ ਨਹੀਂ ਹਨ। ਸਾਡਾ ਸਾਰਾ ਬੋਧ, ਸਾਡੀ ਸਾਰੀ ਅਵੇਅਰਨੈਸ ਘਰ ਦੀ ਹੁੰਦੀ ਹੈ, ਘਰ 'ਚ ਰਹਿਣ ਵਾਲੇ ਮਾਲਕ ਦੀ ਨਹੀਂ ਹੁੰਦੀ। ਇਹ ਬੜਾ ਖਤਰਨਾਕ ਹੈ, ਕਿਉਂਕਿ ਕੱਲ੍ਹ ਜੇ ਮਕਾਨ ਡਿੱਗਣ ਲੱਗੇਗਾ ਤਾਂ ਮੈਂ ਸਮਝਾਂਗਾ ਮੈਂ ਡਿੱਗ ਰਿਹਾ, ਇਹ ਮੇਰੀ ਬਿਮਾਰੀ ਬਣੇਗੀ। ਨਹੀਂ, ਜੇ ਮੈਂ ਇਹ ਮੰਨ ਲਵਾਂ ਕਿ ਮੈਂ ਮਕਾਨ ਤੋਂ ਅਲੱਗ ਹਾਂ, ਮਕਾਨ ਦੇ ਅੰਦਰ ਹਾਂ, ਮਕਾਨ ਡਿੱਗ ਜਾਏਗਾ, ਫਿਰ ਮੈਂ ਹੋ ਸਕਦਾ ਬਹੁਤ ਫ਼ਰਕ ਪਏਗਾ, ਬਹੁਤ ਬੁਨਿਆਦੀ ਫ਼ਰਕ ਪੈ ਜਾਏਗਾ। ਤਦ ਮੌਤ ਦਾ ਭੈ ਮੱਧਮ ਹੋ ਜਾਏਗਾ। ਧਿਆਨ ਦੇ ਇਲਾਵਾ ਮੌਤ ਦਾ ਭੈ ਕਦੇ ਵੀ ਨਹੀਂ ਘਟਦਾ। ਸੋ ਧਿਆਨ ਦਾ ਪਹਿਲਾ ਅਰਥ ਹੈ ਅਵੇਅਰਨੈਸ ਆਫ ਵਨ ਸੈਲਫ। ਅਸੀਂ ਜਦ ਵੀ ਹੋਸ਼ 'ਚ ਹੁੰਦੇ ਹਾਂ ਤਾਂ ਸਾਡਾ ਹੋਸ਼ ਜੋ ਹੈ ਅਵੇਅਰਨੈਸ ਅਬਾਊਟ ਹੈ, ਕਿਸੇ ਚੀਜ਼ ਦੇ ਬਾਬਤ ਹੈ ਸਦਾ, ਉਹ ਅਜੇ ਆਪਣੀ ਬਾਬਤ ਨਹੀਂ ਹੈ। ਇਸੇ ਲਈ ਤਾਂ ਅਸੀਂ ਇਕੱਲੇ ਬੈਠੀਏ ਤਾਂ ਸਾਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉੱਥੇ ਕੀ ਕਰੀਏ, ਅਖਬਾਰ ਪੜ੍ਹੀਏ, ਰੇਡੀਓ ਲਾਈਏ, ਜ਼ਰਾ ਜਾਗਣ ਜਿਹਾ ਮਾਲੂਮ ਹੁੰਦਾ ਹੈ। ਜੇ ਇੱਕ ਆਦਮੀ ਨੂੰ ਅਸੀਂ ਬਿਲਕੁਲ ਇਕੱਲੇ ਛੱਡ ਦਈਏ, ਹਨੇਰਾ ਕਰ ਦਈਏ ਕਮਰੇ 'ਚ, ਹਨੇਰੇ 'ਚ ਇਸ ਲਈ ਨੀਂਦ ਆ ਜਾਂਦੀ ਹੈ ਕਿਉਂਕਿ ਤੁਹਾਨੂੰ ਚੀਜ਼ਾਂ ਕੋਈ ਦਿਖਾਈ ਨਹੀਂ ਪੈਂਦੀਆਂ, ਕੌਨਸ਼ੀਅਸਨੈਸ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ, ਕੋਈ ਚੀਜ਼ ਦਿਖਾਈ ਨਹੀਂ ਪੈਂਦੀ। ਤਦ ਕੀ ਕਰੋ ਸਿਵਾਏ ਸੌਣ ਦੇ, ਕੋਈ ਉਪਾਅ ਨਹੀਂ ਮਾਲੂਮ ਪੈਂਦਾ। ਇਕੱਲੇ ਪੈ ਜਾਓ, ਹਨੇਰਾ ਹੋਵੇ, ਕੋਈ ਗੱਲ ਕਰਨ ਨੂੰ ਨਾ ਹੋਵੇ, ਕੁਝ ਸੋਚਣ ਨੂੰ ਨਾ ਹੋਵੇ, ਤਾਂ ਬਸ ਤੁਸੀਂ ਆ ਗਏ ਨੀਂਦ 'ਚ, ਹੋਰ ਕੋਈ ਉਪਾਅ ਨਹੀਂ ਹੈ। ਧਿਆਨ ਰਹੇ, ਨੀਂਦ ਤੇ ਧਿਆਨ ਇੱਕ ਅਰਥ 'ਚ ਇਕਸਾਰ ਹਨ, ਇੱਕ ਅਰਥ 'ਚ ਭਿੰਨ ਹਨ। ਨੀਂਦ ਦਾ ਮਤਲਬ ਹੈ ਤੁਸੀਂ ਇਕੱਲੇ ਹੋ ਪਰ ਸੌਂ ਗਏ ਹੋ, ਧਿਆਨ ਦਾ ਮਤਲਬ ਹੈ ਤੁਸੀਂ ਇਕੱਲੇ ਹੋ ਪਰ ਜਾਗੇ ਹੋ। ਇੰਨਾ ਹੀ ਫਰਕ ਹੈ। ਜੇਕਰ ਤੁਸੀਂ ਆਪਣੇ ਇਕੱਲੇਪਨ 'ਚ ਵੀ ਆਪਣੇ ਅੰਦਰ ਜਾਗ ਸਕਦੇ ਹੋ ਆਪਣੇ ਪ੍ਰਤੀ। ਇੱਕ ਆਦਮੀ ਬੁੱਧ ਦੇ ਸਾਹਮਣੇ ਬੈਠਾ ਹੈ, ਇੱਕ ਦਿਨ ਤੇ ਆਪਣੇ ਪੈਰ ਦਾ ਅੰਗੂਠਾ ਹਿਲਾ ਰਿਹਾ। ਬੁੱਧ ਨੇ ਕਿਹਾ ਅੰਗੂਠਾ ਕਿਉਂ ਹਿਲਾ ਰਿਹਾ? ਉਸ ਆਦਮੀ ਨੇ ਕਿਹਾ ਛੱਡੋ, ਐਵੇਂ ਹੀ ਹਿਲਾਉਂਦਾ ਸੀ, ਮੈਨੂੰ ਕੁਝ ਪਤਾ ਨਹੀਂ ਸੀ। ਬੁੱਧ ਨੇ ਕਿਹਾ ਤੇਰਾ ਅੰਗੂਠਾ ਹਿੱਲੇ ਤੈਨੂੰ ਪਤਾ ਨਾ ਹੋਵੇ, ਅੰਗੂਠਾ ਕਿਹਦਾ ਹੈ? ਤੇਰਾ ਹੈ। ਉਹਨੇ ਕਿਹਾ ਕਿ ਮੇਰਾ ਹੈ। ਪਰ ਤੁਸੀਂ ਵੀ ਕਿੱਥੋਂ ਦੀਆਂ ਗੱਲਾਂ ਕਰਦੇ ਹੋ? ਤੁਸੀਂ ਜਿਹੜੀ ਗੱਲ ਕਰਦੇ ਹੋ ਜਾਰੀ ਰੱਖੋ। ਬੁੱਧ ਨੇ ਕਿਹਾ ਉਹ ਮੈਂ ਨਹੀਂ ਕਹਾਂਗਾ ਹੁਣ, ਕਿਉਂਕਿ ਜਿਸ ਆਦਮੀ ਨਾਲ ਮੈਂ ਗੱਲ ਕਰ ਰਿਹਾ ਉਹ ਬੇਹੋਸ਼ ਹੈ। ਸੋ ਆਪਣੇ ਅੰਗੂਠੇ ਨੂੰ ਹਿਲਾਉਣ ਦਾ ਅੱਗੇ ਤੋਂ ਹੋਸ਼ ਰੱਖਣਾ। ਅਵੇਅਰਨੈਸ ਇਜ਼ ਆਲਵੇਜ਼ ਡਬਲ ਐਰੋਡ। ਜੇ ਤੁਸੀਂ ਉਹਦਾ ਪ੍ਰਯੋਗ ਕਰੀਏ ਤਾਂ ਉਹਦਾ ਇੱਕ ਤੀਰ ਤਾਂ ਬਾਹਰ ਦੀ ਤਰਫ ਰਹਿ ਜਾਏਗਾ, ਦੂਜਾ ਤੀਰ ਅੰਦਰ ਦੀ ਤਰਫ ਹੋ ਜਾਏਗਾ। ਸੋ ਧਿਆਨ ਦਾ ਪਹਿਲਾ ਅਰਥ ਹੈ ਕਿ ਅਸੀਂ ਆਪਣੇ ਸਰੀਰ ਤੇ ਆਪਣੇ ਆਪੇ ਦੇ ਪ੍ਰਤੀ ਜਾਗਣਾ ਸ਼ੁਰੂ ਕਰੀਏ। ਇਹ ਜਾਗਣਾ ਜੇਕਰ ਵੱਧ ਸਕੇ ਤਾਂ ਤੁਹਾਡਾ ਮੌਤ ਦਾ ਭੈ ਘੱਟ ਹੋ ਜਾਏਗਾ। ਤੇ ਜਿਹੜਾ ਇਲਾਜ ਸ਼ਾਸਤਰ ਮਨੁੱਖ ਨੂੰ ਮੌਤ ਦੇ ਭੈ ਤੋਂ ਮੁਕਤ ਨਹੀਂ ਕਰ ਸਕਦਾ, ਉਹ ਇਲਾਜ ਸ਼ਾਸਤਰ ਮਨੁੱਖ ਨਾਂ ਦੀ ਬਿਮਾਰੀ ਨੂੰ ਕਦੇ ਵੀ ਰਾਜ਼ੀ ਨਹੀਂ ਕਰ ਸਕਦਾ। ਤਾਂ ਇਲਾਜ ਸ਼ਾਸਤਰ ਕੋਸ਼ਿਸ਼ ਕਰਦਾ ਹੈ ਉਮਰ ਲੰਮੀ ਕਰਕੇ। ਉਮਰ ਲੰਮੀ ਕਰਨ ਨਾਲ ਸਿਰਫ ਮੌਤ ਦੀ ਉਡੀਕ ਲੰਮੀ ਹੁੰਦੀ ਹੈ, ਹੋਰ ਕੋਈ ਫਰਕ ਨਹੀਂ ਪੈਂਦਾ। ਤੇ ਲੰਮੀ ਉਡੀਕ ਨਾਲੋਂ ਛੋਟੀ ਉਡੀਕ ਚੰਗੀ ਹੈ। ਉਮਰ ਲੰਮੀ ਕਰਨ ਨਾਲ ਸਿਰਫ ਮੌਤ ਹੋਰ ਵੀ ਦੁਖਦਾਈ ਹੁੰਦੀ ਚਲੀ ਜਾਂਦੀ ਹੈ। ਕੀ ਤੁਹਾਨੂੰ ਅੰਦਾਜ਼ਾ ਹੈ ਜਿਨ੍ਹਾਂ ਮੁਲਕਾਂ 'ਚ ਇਲਾਜ ਸ਼ਾਸਤਰ ਨੇ ਲੋਕਾਂ ਦੀ ਉਮਰ ਜ਼ਿਆਦਾ ਵਧਾ ਦਿੱਤੀ ਹੈ, ਉੱਥੇ ਇੱਕ ਨਵਾਂ ਅੰਦੋਲਨ ਚੱਲ ਰਿਹਾ ਹੈ। ਉਹ ਅੰਦੋਲਨ ਇਹ ਹੈ ਕਿ ਬੁੱਢੇ ਕਹਿ ਰਹੇ ਆ ਕਿ ਸਾਨੂੰ ਮਰਨ ਦਾ ਹੱਕ ਹੋਣਾ ਚਾਹੀਦਾ ਹੈ ਕੌਨਸਟੀਟਿਊਸ਼ਨ ਵਿੱਚ, ਕਿਉਂਕਿ ਤੁਸੀਂ ਸਾਨੂੰ ਲਮਕਾਈ ਚਲੇ ਜਾ ਰਹੇ ਹੋ। ਸਾਨੂੰ ਜਿਉਂਦੇ ਰਹਿਣਾ ਬਹੁਤ ਕਠਿਨ ਹੋ ਗਿਆ। ਤੁਸੀਂ ਤਾਂ ਲਮਕਾ ਸਕਦੇ ਹੋ, ਇੱਕ ਆਦਮੀ ਨੂੰ ਆਕਸੀਜਨ ਦਾ ਸਿਲੰਡਰ ਰੱਖ ਕੇ ਹੋਰ ਪਤਾ ਨਹੀਂ ਕਿੰਨੀ ਦੇਰ ਲਮਕਾ ਸਕਦੇ ਹੋ, ਉਹਨੂੰ ਜਿਉਂਦਾ ਰੱਖ ਸਕਦੇ ਹੋ, ਪਰ ਉਹਦੀ ਜ਼ਿੰਦਗੀ ਮਰਨ ਨਾਲੋਂ ਵੀ ਬਦਤਰ ਹੋ ਜਾਏਗੀ। ਅੱਜ ਪਤਾ ਨਹੀਂ ਕਿੰਨੇ ਲੋਕ ਯੂਰਪ ਅਮਰੀਕਾ ਦੇ ਹਸਪਤਾਲਾਂ 'ਚ ਉਲਟੇ ਸਿੱਧੇ ਸ਼ੀਸ਼ ਆਸਨ ਦੀ ਹਾਲਤ ਵਿੱਚ ਹਨ, ਆਕਸੀਜਨ ਦੇ ਸਿਲੰਡਰਾਂ ਨਾਲ ਬੰਨੇ ਹੋਏ ਪਏ ਹਨ। ਉਹਨਾਂ ਨੂੰ ਮਰਨ ਦਾ ਹੱਕ ਨਹੀਂ ਹੈ, ਉਹ ਮਰਨ ਦੇ ਹੱਕ ਦੀ ਮੰਗ ਕਰ ਰਹੇ ਹੈ। ਮੈਂ ਜਾਣਦਾ ਇਸ ਸਦੀ ਦੇ ਪੂਰੇ ਹੁੰਦੇ ਹੁੰਦੇ ਦੁਨੀਆ ਦੇ ਸਾਰੇ ਪੜ੍ਹੇ ਲਿਖੇ ਰਾਸ਼ਟਰਾਂ ਦੇ ਕੌਨਸਟੀਟਿਊਸ਼ਨ 'ਚ ਜਮਾਂਦਰੂ ਹੱਕਾਂ 'ਚ ਮਰਨ ਦਾ ਹੱਕ ਜੁੜ ਜਾਏਗਾ, ਕਿਉਂਕਿ ਇਲਾਜ ਨੂੰ ਇਹ ਹੱਕ ਨਹੀਂ ਹੈ ਹੋ ਸਕਦਾ ਕਿ ਉਹ ਕਿਸੇ ਬੰਦੇ ਨੂੰ ਉਹਦੀ ਇੱਛਾ ਦੇ ਖਿਲਾਫ ਜਿਉਂਦਾ ਰੱਖੇ। ਹੁਣ ਤੱਕ ਤਾਂ ਹੱਕ ਇਹ ਨਹੀਂ ਸੀ ਕਿ ਉਹਦੀ ਇੱਛਾ ਦੇ ਖਿਲਾਫ ਮਾਰੀਏ, ਪਰ ਅਜੇ ਤੱਕ ਜਿਉਂਦੇ ਰਹਿਣ ਦਾ ਉਪਾਅ ਨਹੀਂ ਸੀ। ਹੁਣ ਹੈ।
ਆਦਮੀ ਦੀ ਉਮਰ ਵਧਾਉਣ ਨਾਲ ਮੌਤ ਦਾ ਭੈ ਘੱਟ ਨਹੀਂ ਹੋਏਗਾ। ਆਦਮੀ ਨੂੰ ਨਰੋਆ ਕਰ ਦੇਣ ਨਾਲ ਆਦਮੀ ਜ਼ਿਆਦਾ ਸੁਖੀ ਹੋ ਜਾਏਗਾ, ਪਰ ਜ਼ਿਆਦਾ ਨਿਰਭੈ ਨਹੀਂ ਹੋਏਗਾ। ਨਿਰਭੈ ਫੀਅਰਲੈਸਨੈਸ ਤਾਂ ਸਿਰਫ ਇੱਕ ਹੀ ਹਾਲਤ 'ਚ ਆਉਂਦੀ ਹੈ ਕਿ ਮੈਨੂੰ ਅੰਦਰ ਪਤਾ ਲੱਗੇ ਕਿ ਕੁਝ ਹੈ ਜੋ ਮਰਦਾ ਹੀ ਨਹੀਂ, ਉਹਦੇ ਬਿਨਾਂ ਕਦੇ ਨਹੀਂ ਹੁੰਦਾ। ਸੋ ਧਿਆਨ ਉਸ ਅਮਰਤਾ ਦਾ ਬੋਧ ਹੈ। ਉਹ ਜੋ ਮੇਰੇ ਅੰਦਰ ਹੈ ਉਹ ਕਦੇ ਨਹੀਂ ਮਰਦਾ, ਅਤੇ ਉਹ ਜੋ ਮੇਰੇ ਬਾਹਰ ਹੈ ਉਹ ਮਰਦਾ ਹੀ ਹੈ। ਇਸ ਲਈ ਜੋ ਬਾਹਰ ਹੈ ਉਹਦਾ ਇਲਾਜ ਕਰੋ। ਉਹ ਜਿੰਨੇ ਦਿਨ ਜੀਵੇ ਸੁੱਖ ਨਾਲ ਜੀਵੇ, ਅਤੇ ਜੋ ਅੰਦਰ ਹੈ ਉਹਦਾ ਚੇਤਾ ਕਰੋ ਕਿ ਮੌਤ ਵੀ ਦੁਆਰ 'ਤੇ ਖੜੀ ਹੋ ਜਾਏ ਤਾਂ ਭੈ ਨਾ ਸਤਾਵੇ। ਇਹ ਅੰਦਰੂਨੀ ਬੋਧ ਹੀ ਨਿਰਭੈ ਹੈ। ਅੰਦਰ ਧਿਆਨ, ਬਾਹਰ ਇਲਾਜ। ਤਾਂ ਇਲਾਜ ਸ਼ਾਸਤਰ ਨੂੰ ਮੁਕੰਮਲ ਬਣਾ ਸਕਦੇ ਹਾਂ। ਮੈਡੀਸਨ ਅਤੇ ਮੈਡੀਟੇਸ਼ਨ ਨੂੰ ਮੈਂ ਇੱਕ ਹੀ ਸ਼ਾਸਤਰ ਦੇ ਦੋ ਸਿਰੇ ਮੰਨਦਾ, ਜਿਨ੍ਹਾਂ ਦੇ ਵਿਚਕਾਰਲੀਆਂ ਕੜੀਆਂ ਅਜੇ ਨਹੀਂ ਜੁੜ ਪਾਈਆਂ, ਲੇਕਿਨ ਹੌਲੀ ਹੌਲੀ ਕਰੀਬ ਆ ਰਹੀਆਂ। ਅੱਜ ਤਾਂ ਅਮਰੀਕਾ ਦੇ ਸਾਰੇ ਇਲਾਜ ਹਸਪਤਾਲਾਂ 'ਚ ਇੱਕ ਹਿਪਨੋਟਿਸਟ ਦਾ ਹੋਣਾ ਜ਼ਰੂਰੀ ਹੋ ਗਿਆ, ਲੇਕਿਨ ਹਿਪਨੋਟਿਜ਼ਮ ਮੈਡੀਟੇਸ਼ਨ ਨਹੀਂ ਹੈ, ਪਰ ਇਹ ਚੰਗਾ ਕਦਮ ਹੈ। ਇਸ ਗੱਲ ਦੀ ਸਵੀਕਾਰਨਾ ਹੈ ਕਿ ਆਦਮੀ ਦੀ ਚੇਤਨਾ ਦੇ ਨਾਲ ਹੀ ਕੁਝ ਕਰਨ ਦੀ ਲੋੜ ਹੈ। ਸਿਰਫ ਸਰੀਰ ਦੇ ਨਾਲ ਕਰਨਾ ਕਾਫੀ ਨਹੀਂ ਹੈ। ਜੇਕਰ ਹਿਪਨੋਟਿਸਟ ਆਏਗਾ ਤਾਂ ਮੈਂ ਮੰਨਦਾ ਕੱਲ੍ਹ ਹਸਪਤਾਲ 'ਚ ਮੰਦਰ ਵੀ ਆਏਗਾ। ਉਸ ਪਿੱਛੋਂ ਆਏਗਾ, ਕੁਝ ਸਮਾਂ ਲੱਗੇਗਾ। ਹਿਪਨੋਟਿਸਟ ਦੇ ਬਾਅਦ ਇੱਕ ਡਿਪਾਰਟਮੈਂਟ ਯੋਗੀ ਦਾ ਵੀ ਹਰ ਹਸਪਤਾਲ 'ਚ ਆਈ ਜਾਏਗਾ, ਆਈ ਜਾਣਾ ਚਾਹੀਦਾ। ਤਦ ਅਸੀਂ ਪੂਰੇ ਵਿਅਕਤੀ ਨੂੰ ਟਰੀਟ ਕਰ ਪਾਵਾਂਗੇ। ਸਰੀਰ ਦੀ ਇਲਾਜ ਕਰਤਾ ਫਿਕਰ ਕਰ ਲਵੇ, ਚਿੱਤ ਦੀ ਸਾਈਕੋਲੋਜਿਸਟ ਫਿਕਰ ਕਰ ਲਵੇ, ਉਹਦੀ ਆਤਮਾ ਦੀ ਫਿਕਰ ਯੋਗੀ ਕਰ ਲਵੇ। ਜਿਸ ਦਿਨ ਹਸਪਤਾਲ ਇਸ ਤਰ੍ਹਾਂ ਪੂਰੇ ਮਨੁੱਖ ਦੀ ਸ਼ਖਸੀਅਤ ਨੂੰ ਐਜ਼ ਅ ਹੋਲ, ਐਜ਼ ਅ ਟੋਟੈਲਿਟੀ ਸਵੀਕਾਰ ਕਰਕੇ ਇਲਾਜ ਕਰੇਗਾ, ਮੈਂ ਮੰਨਦਾ ਮਨੁੱਖ ਦੇ ਜੀਵਨ 'ਚ ਬੜੇ ਮੰਗਲ ਦਾ ਚਿੰਨ੍ਹ ਹੋਏਗਾ। ਅਜਿਹਾ ਮੰਗਲ ਦਾ ਚਿੰਨ੍ਹ ਕਰੀਬ ਆਵੇ, ਇਸ ਦਿਸ਼ਾ 'ਚ ਸੋਚਣ ਦੀ ਪ੍ਰਾਰਥਨਾ ਕਰਦਾ। ਧੰਨਵਾਦ।